ਸਾਊਥ ਕੋਰੀਆ ਦੀ ਰਾਜਧਾਨੀ ਸਿਓਲ ਦੇ ਵਿੱਚ ਵੱਡਾ ਹਾਦਸਾ। ਹੈਲੋਵੀਨ ਸਮਾਗਮ ਦੇ ਦੌਰਾਨ ਮੱਚੀ ਭਗਦੜ। 150 ਤੋਂ ਵੱਧ ਲੋਕਾਂ ਦੀ ਮੌਤ ਤੇ 100 ਤੋਂ ਵੱਧ ਜ਼ਖਮੀ ਮਰਨ ਵਾਲਿਆਂ ਦੇ ਵਿੱਚ ਕਈ ਵਿਦੇਸ਼ੀ ਨਾਗਰਿਕ ਵੀ ਸ਼ਾਮਲ। ਗੈਂਗਸਟਰ ਦੀਪਕ ਟੀਨੂ ਤੇ ਲਾਰੈਂਸ ਦਾ ਇੱਕ ਹੋਰ ਸਾਥੀ ਗ੍ਰਿਫਤਾਰ। ਚੰਡੀਗੜ੍ਹ ਪੁਲਿਸ ਨੇ ਗੈਂਗਸਟਰ ਮੋਹਿਤ ਨੂੰ ਪਿਸਤੌਲ ਦੇ ਨਾਲ ਕੀਤਾ ਕਾਬੂ। ਸਾਬਕਾ ਸੀਆਈਏ ਇੰਚਾਰਜ ਪ੍ਰਿਤਪਾਲ ਨੂੰ ਚੰਡੀਗੜ੍ਹ ਦੇ ਵਿੱਚ ਕਰਵਾਈ ਸੀ ਸ਼ਾਪਿੰਗ ਤੇ ਪਾਰਟੀ। ਕਾਂਗਰਸ ਦੇ ਸਾਬਕਾ ਵਿਧਾਇਕ ਜੋਗਿੰਦਰਪਾਲ ਪੋਆ ਦੇ ਘਰੋਂ ਨਿਕਲੀ ਇਨਕਮ ਟੈਕਸ ਦੀ ਟੀਮ। 48 ਘੰਟਿਆਂ ਤੱਕ ਪੋਆ ਦੇ ਘਰ ਕ੍ਰਸ਼ਰ ਸਣੇ ਹੋਰ ਟਿਕਾਣਿਆਂ ਤੇ ਕੀਤੀ ਰੇਡ। ਕਈ ਦਸਤਾਵੇਜ਼ ਵੀ ਕੀਤੇ ਜ਼ਬਤ। ਵਿਜੀਲੈਂਸ ਦੀ ਰਡਾਰ ਤੇ ਇੱਕ ਹੋਰ ਸਾਬਕਾ ਮੰਤਰੀ। ਸੂਤਰਾਂ ਮੁਤਾਬਿਕ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਵਿਜੇਂਦਰ ਸਿੰਗਲਾ ਖਿਲਾਫ ਜਾਂਚ ਸ਼ੁਰੂ। ਵਿਜੀਲੈਂਸ ਨੇ ਪ੍ਰਾਪਰਟੀ ਦਾ ਮੰਗਿਆ ਰਿਕਾਰਡ। ਨਵੇਂ ਵਿਵਾਦ ਦੇ ਵਿੱਚ ਫਸੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਰਾਮ ਰਹੀਮ ਦਾ ਆਸ਼ੀਰਵਾਦ ਲੈਣ ਡੇਰਾ ਸੱਚਾ ਸੌਦਾ ਪਹੁੰਚੇ। ਸਰਾਰੀ ਗੁਰੂ ਹਰ ਸਹਾਇ ਦੇ ਨਾਮ ਚਰਚਾ ਘਰ ਦੇ ਵਿੱਚ ਹੋਏ ਨਤਮਸਤਕ। ਵਿਰੋਧੀਆਂ ਨੇ ਚੁੱਕੇ ਸਵਾਲ। ਡੇਰੇ ਦੇ ਵਿੱਚ ਸਿਆਸੀ ਫੇਰੀ ਤੇ ਬਲਜੀਤ ਸਿੰਘ ਦਾਦੂਵਾਲ ਨੇ ਚੁੱਕੇ ਸਵਾਲ। ਕਿਹਾ ਕਿਉਂ ਡੇਰੇ ਦੇ ਵਿੱਚ ਜਾ ਕੇ ਬਲਾਤਕਾਰ ਤੇ ਕਤਲ ਨੂੰ ਪ੍ਰਮੋਟ ਕਰ ਰਹੇ ਸਿਆਸੀ ਆਗੂ। ਆਤਵਾਦੀ ਗੁਰਪਤਵੰਤ ਪੰਨੂ ਨੂੰ ਲੈ ਕੇ ਬੋਲੇ ਅੰਮ੍ਰਿਤਪਾਲ। ਕਿਹਾ ਮੈਂ ਕਰਦਾ ਹਾਂ ਪੰਨੂ ਦਾ ਸਮਰਥਨ। ਖਾਲਿਸਤਾਨ ਦੇ ਵੱਲ ਜਾਂਦੇ ਹਰ ਰਾਹ ਦਾ ਮੈਂ ਹਾਂ ਰਾਹੀ। ਐਸਜੀਪੀਸੀ ਪ੍ਰਧਾਨ ਦੀ ਚੋਣ ਨੂੰ ਲੈ ਕੇ ਅਕਾਲੀ ਦਲ ਦੇ ਵਿੱਚ ਸਿਆਸੀ ਘਮਸਾਨ। ਬਾਗੀ ਤੇਵਰ ਵਾਲੀ ਬੀਬੀ ਜਗੀਰ ਕੌਰ ਤੇ ਮਜੀਠੀਆ ਨੇ ਚੁੱਕੇ ਸਵਾਲ। ਪੁੱਛਿਆ ਕਿ ਤੁਸੀਂ ਲਿਫਾਫੇ ਦੇ ਜ਼ਰੀਏ ਚੁਣੇ ਗਏ ਸੀ ਪ੍ਰਧਾਨ। ਸਿਹਤ ਮੰਤਰੀ ਫੌਜਾ ਸਿੰਘ ਸਰਾਰੀ ਦੇ ਵੱਲੋਂ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਅਚਨਚੇਤ ਦੌਰਾ। ਹਸਪਤਾਲ ਦੇ ਪ੍ਰਬੰਧਾਂ ਦਾ ਲਿਆ ਜਾਇਜ਼ਾ। ਮਰੀਜ਼ਾਂ ਦਾ ਵੀ ਜਾਣਿਆ ਹਾਲ ਚਾਲ। ਡੇਂਗੂ ਦੇ ਵਾਧੇ ਮਾਮਲਿਆਂ ਦੇ ਐਕਸ਼ਨ ਦੇ ਵਿੱਚ ਸਰਕਾਰ ਸਿਹਤ ਮੰਤਰੀ ਦੇ ਸਿਵਲ ਸਰਜਨਾਂ ਨੂੰ ਜਾਰੀ ਕੀਤੇ ਸਖਤ ਹੁਕਮ। ਕਿਹਾ ਹਸਪਤਾਲਾਂ ਦੇ ਵਿੱਚ ਤਿਆਰ ਹੋਣ ਸਪੈਸ਼ਲ ਵਾਰਡ ਤੇ ਕੀਤੀ ਜਾਵੇ ਲਾਰਵਾ ਦੀ ਜਾਂਚ ਤੇ ਫੌਗੀ। ਪਠਾਨਕੋਟ ਦੇ ਵਿੱਚ ਹਿਮਾਚਲ ਸਰਹੱਦ ਤੋਂ 2 ਕਰੋੜ ਰੁਪਏ ਦੀ ਨਕਦੀ ਬਰਾਮਦ। ਡਮਟਾਲ ਪੁਲਿਸ ਨੇ ਚੰਡੀਗੜ੍ਹ ਨੰਬਰ ਦੀ ਲਗਜ਼ਰੀ ਗੱਡੀ ਚੋਂ ਕੀਤੀ ਬਰਾਮਦਗੀ। ਚੰਡੀਗੜ੍ਹ ਤੋਂ ਜੰਮੂ ਕਸ਼ਮੀਰ ਜਾ ਰਹੀ ਸੀ ਗੱਡੀ। ਹਰਿਆਣਾ ਦੇ ਵਿੱਚ ਅੱਜ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਿਤੀ ਦੇ ਹੋ ਰਹੀ ਹੈ ਵੋਟਿੰਗ। ਪਹਿਲੇ ਪੜਾਅ ਦੇ ਵਿੱਚ 9 ਜ਼ਿਲ੍ਹਿਆਂ 'ਚ ਵੋਟਾਂ ਸੁਰੱਖਿਆ ਦੇ ਪੁਖਤਾ ਪ੍ਰਬੰਧ। T20 ਵਰਲਡ ਕੱਪ ਦੇ ਵਿੱਚ ਅੱਜ ਇੰਡੀਆ ਦਾ ਸਾਊਥ ਅਫਰੀਕਾ ਦੇ ਨਾਲ ਹੋਵੇਗਾ ਸਾਹਮਣਾ। ਸ਼ਾਮ 4:30 ਵਜੇ ਸ਼ੁਰੂ ਹੋਵੇਗਾ ਮੈਚ। ਸਤਿ ਸ਼੍ਰੀ ਅਕਾਲ। ਸਮੇਂ ਦੇ ਬੁਲੇਟਿਨ 'ਚ ਸਵਾਗਤ ਹੈ। ਮੈਂ ਤੁਹਾਡੇ ਨਾਲ ਖੁਸ਼ੋ ਸੰਧੂ। ਖਬਰਾਂ ਦੇ ਵਿੱਚ ਵੱਡੀ ਤੇ ਛੋਟੀ ਖਬਰ ਤੇ ਨਜ਼ਰ ਪਾਵਾਂਗੇ। ਸ਼ੁਰੂਆਤ ਕਰ ਲੈਂਦੇ ਹਾਂ ਗੈਂਗਸਟਰ ਦੀਪਕ ਟੀਨੂ ਦੇ ਸਾਥੀ ਤੋਂ ਜੋ ਕਿ ਗ੍ਰਿਫਤਾਰ ਹੋਇਆ। ਚੰਡੀਗੜ੍ਹ ਪੁਲਿਸ ਨੇ ਦੱਸਦੀ ਕਿ ਮੋਹਿਤ ਨੂੰ ਗ੍ਰਿਫਤਾਰ ਕੀਤਾ ਹੈ। ਵੱਡੀ ਗ੍ਰਿਫਤਾਰੀ ਅਸੀਂ ਇਸ ਨੂੰ ਮੰਨ ਸਕਦੇ ਹਾਂ। ਮੋਹਿਤ ਨੂੰ ਗ੍ਰਿਫਤਾਰ ਕੀਤਾ ਗਿਆ। ਚੰਡੀਗੜ੍ਹ ਪੁਲਿਸ ਦੇ ਵੱਲੋਂ ਇਹ ਗ੍ਰਿਫਤਾਰੀ ਕੀਤੀ ਗਈ ਹੈ। ਲਾਰੈਂਸ ਬਿਸ਼ਨੋਈ ਦਾ ਐਕਟਿਵ ਐਸੋਸੀਏਟ ਹੈ ਮੋਹਿਤ। ਦੱਸਦੀਏ ਕਿ ਸਾਬਕਾ ਸੀਆਈਏ ਇੰਚਾਰਜ ਪ੍ਰਿਤਪਾਲ ਨੂੰ ਸ਼ਾਪਿੰਗ ਕਰਵਾਈ ਗਈ ਸੀ, ਪਾਰਟੀ ਕੀਤੀ ਗਈ ਸੀ। ਟੀਨੂ ਦੇ ਕਹਿਣ ਤੇ ਚੰਡੀਗੜ੍ਹ ਦੇ ਕਲੱਬ ਦੇ ਵਿੱਚ ਪਾਰਟੀ ਕੀਤੀ ਗਈ ਸੀ। ਯਾਨੀ ਕਿ ਪੂਰਨ ਤੌਰ ਤੇ ਜੋ ਸਾਥ ਦਿੱਤਾ ਗਿਆ ਦੀਪਕ ਟੀਨੂ ਦਾ ਇਸ ਗੈਂਗਸਟਰ ਦੇ ਵੱਲੋਂ ਤਾਂ ਇਸ ਦੀ ਗ੍ਰਿਫਤਾਰੀ ਹੋਈ ਹੈ। ਮੋਹਿਤ ਗੈਂਗਸਟਰ ਦਾ ਨਾਂ ਹੈ ਔਰ ਖਾਸ ਤੌਰ ਤੇ ਜਿਸ ਵੇਲੇ ਫਰਾਰ ਹੋਇਆ ਸੀ ਤਾਂ ਪ੍ਰਿਤਪਾਲ ਸੀਆਈਏ ਇੰਚਾਰਜ ਜਿਸ ਦੀ ਪੂਰੀ ਮਿਲੀਭਗਤ ਹੁਣ ਤੱਕ ਦੱਸੀ ਜਾ ਰਹੀ ਹੈ, ਸਾਹਮਣੇ ਆਈ ਹੈ, ਜ਼ਿਕਰ ਹੋ ਰਿਹਾ ਲਗਾਤਾਰ, ਤਾਂ ਉਸ ਨੂੰ ਨਾਲ ਤਾਂ ਸ਼ਾਪਿੰਗ ਕਰਵਾਈ ਗਈ ਸੀ ਔਰ ਨਾਲ ਹੀ ਪਾਰਟੀ ਕੀਤੀ ਗਈ ਸੀ ਚੰਡੀਗੜ੍ਹ ਦੇ ਵਿੱਚ। ਦੀਪਕ ਟੀਨੂ ਦੇ ਕਹਿਣ ਤੇ ਮੋਹਿਤ ਦੇ ਵੱਲੋਂ ਇਹ ਸਾਰਾ ਕੰਮਕਾਰ ਉਸ ਦੇ ਲਈ ਕੀਤਾ ਗਿਆ ਸੀ। ਯਾਨੀ ਕਿ ਮੋਢੇ ਦੇ ਨਾਲ ਮੋਢਾ ਲਾ ਕੇ ਮੋਹਿਤ ਖੜਾ ਸੀ ਦੀਪਕ ਟੀਨੂ ਦੇ ਨਾਲ। ਪਰ ਹੁਣ ਇਹ ਵੱਡੀ ਗ੍ਰਿਫਤਾਰੀ ਕੀਤੀ ਗਈ। ਦੀਪਕ ਟੀਨੂ ਦਾ ਇਹ ਸਾਥੀ ਗ੍ਰਿਫਤਾਰ ਕੀਤਾ ਗਿਆ। ਚੰਡੀਗੜ੍ਹ ਪੁਲਿਸ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਔਰ ਲਾਰੈਂਸ ਬਿਸ਼ਨੋਈ ਦਾ ਐਕਟਿਵ ਐਸੋਸੀਏਟ ਹੈ ਇਹ ਮੋਹਿਤ। ਜੋ ਜਾਣਕਾਰੀ ਹੈ ਮਨੀ ਮਾਜਰਾ ਸ਼ਾਸਤਰੀ ਲਾਈਟ ਪੁਆਇੰਟ ਤੋਂ ਇਸ ਨੂੰ ਕਾਬੂ ਕੀਤਾ ਗਿਆ। ਮੋਹਿਤ ਦੇ ਕੋਲ ਇੱਕ ਪਿਸਤੌਲ ਵੀ ਬਰਾਮਦ ਹੋਇਆ ਹੈ। ਮਨੋਜ ਰਾਠੀ ਨੇ ਫੋਨ ਲਾਈਨ ਤੇ ਜ਼ਿਆਦਾ ਜਾਣਕਾਰੀ ਲਈ। ਮਨੋਜ, ਕੀ ਹੈ ਪੂਰੀ ਜਾਣਕਾਰੀ? ਕਿਸ ਤਰੀਕੇ ਦੇ ਨਾਲ ਇਹ ਗ੍ਰਿਫਤਾਰੀ ਹੋਈ ਹੈ? देखो वजूद ਵੱਡੀ गिरफ्तारी कह सकते हैं और ਵੱਡੇ खुलासे ਜਿਹੜਾ ਮੋਹਿਤ ਭਾਰਦਵਾਜ ਕਾਬੂ ਕੀਤਾ ਗਿਆ ਚੰਡੀਗੜ੍ਹ ਦੀ ਡਿਸਟ੍ਰਿਕਟ ਕ੍ਰਾਈਮ ਸੈੱਲ ਨੇ। ਇਹਦੇ ਵਿੱਚ ਖਾਸ ਗੱਲ ਕਈ ਚੀਜ਼ਾਂ ਨੇ। ਇਹਦੇ ਜਿਹੜਾ ਮੋਬਾਈਲ ਖੰਗਾਲਿਆ ਗਿਆ ਤੇ ਮੋਬਾਈਲ 'ਚ ਕਈ ਹੈਰਾਨ ਕਰ ਦੇਣੇ ਵਾਲੇ ਖੁਲਾਸੇ ਹੋਏ हैं। ਪ੍ਰੀਤਪਾਲ ਦੀ ਫੋਟੋ, ਪ੍ਰੀਤਪਾਲ ਦੀ ਵੀਡੀਓ ਇਹਦੇ ਵਿੱਚ ਜਿਹੜੀ ਸਾਹਮਣੇ ਆਈ ਹੈ। ਹਾਲਾਂਕਿ ਹੁਣ ਜਦ ਇਹਨੂੰ ਗ੍ਰਿਫਤਾਰ ਕੀਤਾ ਤੇ ਕੱਲ ਦੇਰ ਸ਼ਾਮ ਇਹਨੂੰ ਗ੍ਰਿਫਤਾਰ ਕੀਤਾ ਗਿਆ। ਇੱਕ ਪਿਸਤੌਲ ਜਿਹੜੀ ਹੈਗੀ ਉਹ ਇਹਦੇ ਕੋਲੋਂ ਰਿਕਵਰ ਹੋਈ ਹੈ। ਲੇਕਿਨ ਜਿਹੜੇ ਖੁਲਾਸੇ ਕੀਤੇ ਉਹ ਬੜੇ ਅਹਿਮ ਹੈ ਕਿ ਇਹ ਲਾਰੈਂਸ ਦਾ ਬਹੁਤ ਪੁਰਾਣਾ ਜਿਹੜਾ ਹੈਗਾ ਐਕਟਿਵ ਐਸੋਸੀਏਟ ਹੈ।
ਚੰਡੀਗੜ੍ਹ ਦੀ ਅਸੀਂ ਗੱਲ ਕਰੀਏ ਨਾਲ ਦੇ ਜਿਹੜੇ ਹੈਗੇ ਹੋਰ ਸਟੇਟ ਉੱਥੇ ਵੀ ਜਿਹੜੇ ਵੱਡੇ ਬਿਜ਼ਨਸਮੈਨ ਨੇ ਉਹਨਾਂ ਤੋਂ ਜਿਹੜਾ ਫਿਰੌਤੀ ਦੀ ਗੱਲ ਸਾਹਮਣੇ ਆਈ ਹੈ ਕਿ ਫਿਰੌਤੀ ਮੰਗਦਾ ਸੀਗਾ। ਇਸ ਤੋਂ ਇਲਾਵਾ ਲਾਰੈਂਸ ਦਾ ਤੇ ਦੀਪਕ ਟਿਨੂ ਇਹ ਦੋਵੇਂ ਦਾ ਇਹ ਬਹੁਤ ਹੀ ਖਾਸ ਜਿਹੜਾ ਹੈਗਾ ਉਹ ਦੱਸਿਆ ਜਾ ਰਿਹਾ ਕਿ ਖਾਸ ਐਸੋਸੀਏਟ ਹੈ। ਉਹਨਾਂ ਦੇ ਕਹਿਣ ਤੇ ਕਈ ਫਿਰੌਤੀ ਦੀ ਅਸੀਂ ਗੱਲ ਕਰ ਲਈਏ, ਕਈ ਰੰਗਦਾਰੀ ਦੀ ਅਸੀਂ ਗੱਲ ਕਰ ਲਈਏ, ਕਈ ਜਿਹੜੇ ਹੋਰ ਡਰਾਣਾ ਧਮਕਾਣਾ ਫਾਇਰਿੰਗ ਦੀ ਇਹ ਕਈ ਜਿਹੜੇ ਮਾਮਲੇ 'ਚ ਇਹ ਵਾਂਟਡ ਵੀ ਸੀਗਾ ਤੇ ਇਹਨੂੰ ਮਨੀ ਮਾਜਰਾ ਲਾਈਟ ਪੁਆਇੰਟ ਤੋਂ ਗ੍ਰਿਫਤਾਰ ਕੀਤਾ ਚੰਡੀਗੜ੍ਹ ਪੁਲਿਸ ਦੀ ਡਿਸਟ੍ਰਿਕਟ ਕ੍ਰਾਈਮ ਸੈੱਲ ਨੇ। ਤੇ ਹੁਣ ਇਹਦੇ ਵਿੱਚ ਕਈ ਖੁਲਾਸੇ ਆ ਰਹੇ ਕਿ ਕਿਸ ਤਰ੍ਹਾਂ ਹੁਣ ਇੱਕ ਵੱਡਾ ਖੁਲਾਸਾ ਸਾਹਮਣੇ ਆਇਆ ਕਿ ਕਿਸ ਤਰ੍ਹਾਂ ਇਹ ਜਿਹੜਾ ਪ੍ਰੀਤਪਾਲ ਆਇਆ ਸੀਗਾ 14-15 ਜੁਲਾਈ ਯਾਨੀ 2 ਦਿਨ ਇੱਥੇ ਰਿਹਾ ਪ੍ਰੀਤਪਾਲ ਚੰਡੀਗੜ੍ਹ ਤੇ ਦੀਪਕ ਟਿਨੂ ਦੇ ਕਹਿਣ ਤੇ ਇਹਨੇ ਕਾਫੀ ਚੀਜ਼ਾਂ ਜਿਹੜੀ ਹੈ ਮੁਹੱਈਆ ਕਰਾਈ। ਸਭ ਤੋਂ ਪਹਿਲਾਂ ਉਹਨੂੰ ਖਰੜ ਤੋਂ ਪਿਕ ਕੀਤਾ ਜਦ ਦੀਪਕ ਟਿਨੂ ਨੇ ਫੋਨ ਕੀਤਾ ਕਿ ਮੇਰਾ ਖਾਸ ਮਿੱਤਰ ਚੰਡੀਗੜ੍ਹ ਪਹੁੰਚ ਰਿਹਾ ਹੈ, ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਆਣੀ ਚਾਹੀਦੀ ਹੈ, ਉਹਨੂੰ ਪੂਰੀ ਸੇਵਾ ਕਰੋ। ਉੱਥੋਂ ਲੈ ਕੇ ਇਹਨੂੰ ਇੱਕ ਵੱਡੇ ਹੋਟਲ 'ਚ ਅਸੀਂ ਹੋਟਲ ਦਾ ਨਾਮ ਠੀਕ ਹੈ ਮੈਂ ਵਾਪਸ ਆ ਰਹੀ ਹਾਂ ਮਨੋਜ। ਇੱਕ ਹੋਰ ਜ਼ਿਕਰ ਕਰ ਰਹੇ ਹਾਂ ਨਿਊਜ਼ 18 ਦੇ ਕੋਲ ਦੱਸਦੀ ਕਿ ਐਕਸਕਲੂਸਿਵ ਤਸਵੀਰਾਂ ਨੇ ਮਨੋਜ ਵਾਪਸੀ ਕਰ ਰਹੇ ਫੌਰੀ ਤੌਰ ਤੇ ਨਿਊਜ਼ 18 ਦੇ ਕੋਲ ਐਕਸਕਲੂਸਿਵ ਤਸਵੀਰਾਂ ਨੇ ਮੋਹਿਤ ਅਤੇ ਪ੍ਰਿਤਪਾਲ ਦੀਆਂ ਜਿਸ ਦਾ ਜ਼ਿਕਰ ਮਨੋਜ ਜਾਠੀ ਵੀ ਕਰ ਰਹੇ ਨੇ। ਉਹ ਤਸਵੀਰਾਂ ਹੈਰਾਨ ਕਰਨ ਵਾਲੀਆਂ ਨੇ। ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਚੰਡੀਗੜ੍ਹ ਦੇ ਵਿੱਚ ਨਾਈਟ ਪਾਰਟੀ ਕਰਦਿਆਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ। ਐਕਸਕਲੂਸਿਵ ਤਸਵੀਰਾਂ ਨਿਊਜ਼ 18 ਪੰਜਾਬ ਤੁਹਾਨੂੰ ਦਿਖਾ ਰਿਹਾ ਹੈ ਕਿਸ ਤਰੀਕੇ ਦੇ ਨਾਲ ਇਹ ਪਾਰਟੀ ਕੀਤੀ ਗਈ ਔਰ ਪ੍ਰਿਤਪਾਲ CIA ਇੰਚਾਰਜ ਅਹਿਮ ਹੈ, ਬਹੁਤ ਅਹਿਮ ਹੈ। ਤਸਵੀਰਾਂ ਸਾਫ਼ ਤੌਰ ਤੇ ਵੱਡੇ ਖੁਲਾਸੇ ਕਰਦੀਆਂ ਨੇ। ਮੋਬਾਈਲ ਦੇ ਵਿੱਚੋਂ ਮਿਲੀਆਂ ਨੇ, ਮੋਹਿਤ ਦੇ ਮੋਬਾਈਲ ਦੇ ਵਿੱਚੋਂ ਇਹ ਤਸਵੀਰਾਂ ਮਿਲੀਆਂ ਨੇ ਜਿਸ ਵੇਲੇ ਪਾਰਟੀ ਕੀਤੀ ਗਈ ਸੀ, ਜਿਸ ਵੇਲੇ ਸ਼ਾਪਿੰਗ ਕਰਾਈ ਗਈ ਸੀ ਚੰਡੀਗੜ੍ਹ ਬੁਲਾ ਕੇ, ਜਿਸ ਵੇਲੇ ਚੰਡੀਗੜ੍ਹ ਬੁਲਾ ਕੇ ਪਾਰਟੀ ਕੀਤੀ ਗਈ ਸੀ। ਯਾਨੀ ਕਿ ਜੇਕਰ ਇਹ ਮਿਲੀ ਭੁਗਤ ਸੀ ਤਾਂ ਫਿਰ ਕੁਛ ਨਾ ਕੁਛ ਇਨਾਮਦਾਰੀ ਤਾਂ ਜ਼ਰੂਰ ਦਿੱਤੀ ਹੋਏਗੀ। ਉਸ ਦਾ ਅਸੀਂ ਸਬੂਤ ਇਹ ਕਹਿ ਸਕਦੇ ਹਾਂ ਜੋ ਸਾਹਮਣੇ ਆ ਚੁੱਕਿਆ, ਜੋ ਹੱਥ ਲੱਗ ਚੁੱਕਿਆ। ਗੈਂਗਸਟਰ ਮੋਹਿਤ ਦੇ ਮੋਬਾਈਲ ਤੋਂ ਇਹ ਫੋਟੋਆਂ ਮਿਲੀਆਂ ਨੇ। ਦੀਪਕ ਟਿਨੂ ਦੇ ਫਰਾਰ ਹੋਣ ਤੋਂ ਪਹਿਲਾਂ ਦੀਆਂ ਇਹ ਤਸਵੀਰਾਂ ਨੇ, ਜੁਲਾਈ ਮਹੀਨੇ ਦੀਆਂ ਦੱਸੀਆਂ ਜਾ ਰਹੀਆਂ ਨੇ ਜਿਸ ਵੇਲੇ ਪਾਰਟੀ ਤੇ ਸ਼ਾਪਿੰਗ ਕਰਵਾਈ ਗਈ ਸੀ। ਮਨੋਜ ਰਾਠੀ ਲਗਾਤਾਰ ਨੇ ਫੋਨ ਲਾਈਨ ਤੇ। ਮਨੋਜ ਗੱਲ ਪੂਰੀ ਕਰ ਸਕਦੇ ਹੋ? ਬਿਲਕੁਲ ਗੁਰਜੋਤ, ਜਿੱਦਾਂ ਐਕਸਕਲੂਸਿਵ ਤਸਵੀਰਾਂ ਵੀ ਸਾਹਮਣੇ ਆ ਚੁੱਕੀ ਹੈ। ਇਹ 14-15 ਜੁਲਾਈ ਦੀ ਤਸਵੀਰਾਂ ਨੇ ਤੇ ਜਿਹੜੀ ਮੋਹਿਤ ਦੇ ਮੋਬਾਈਲ ਤੋਂ ਜਿਹੜੀ ਪੁਲਿਸ ਨੇ ਰਿਕਵਰ ਕੀਤੀ ਬੜੀ ਅਹਿਮ ਹੈ, ਬਹੁਤ ਹੀ ਅਹਿਮ ਇਹ ਤਸਵੀਰਾਂ ਇਸ ਕਰਕੇ ਹੈ ਕਿ ਉਹੀ ਪ੍ਰੀਤਪਾਲ ਹੈ, ਇਹ ਉਹੀ ਇੰਚਾਰਜ ਹੈਗਾ CIA ਮਾਨਸਾ ਦਾ ਜਿਹਦੇ ਸਰਕਾਰੀ ਕੋਠੀ ਤੋਂ ਦੀਪਕ ਟਿਨੂ ਫਰਾਰ ਹੋਇਆ ਸੀਗਾ। ਹੁਣ ਬੜੀ ਚੀਜ਼ਾਂ ਕਲੀਅਰ ਹੋ ਰਹੀ ਹੈ, ਬਹੁਤ ਚੀਜ਼ਾਂ ਕਲੀਅਰ ਹੋ ਰਹੀ ਹੈ ਕਿ ਲਾਲਚ ਕੀ ਸੀ ਪ੍ਰੀਤਪਾਲ ਨੂੰ, ਦੀਪਕ ਟਿਨੂ ਦਾ ਖਾਸ ਕਿਉਂ ਸੀ, VIP ਟ੍ਰੀਟਮੈਂਟ ਕਿਉਂ ਦਿੱਤਾ ਜਾ ਰਿਹਾ ਸੀਗਾ। ਦੀਪਕ ਟਿਨੂ ਦੇ ਇੱਕ ਫੋਨ ਤੇ ਇੰਨੀ ਚੀਜ਼ਾਂ ਮੁਹੱਈਆ ਕਰਾਈ ਗਈ। ਮੋਹਿਤ ਭਾਰਦਵਾਜ ਨੇ ਸਾਰੀ ਚੀਜ਼ਾਂ ਮੁਹੱਈਆ ਕਰਾਈ। ਇੱਕ ਗੱਲ ਹੋਰ ਜਿਹੜੀ ਪੁੱਛਗਿੱਛ ਸਾਹਮਣੇ ਆਈ ਹੈ, ਜਿਹੜੇ ਸੋਰਸਿਸ ਦੱਸ ਰਹੇ ਨੇ ਕਿ 1.5 ਲੱਖ ਦੀ ਐਲੈਂਟੇ ਤੋਂ 1.5 ਲੱਖ ਦੀ ਜਿਹੜੀ ਹੈਗੀ ਹੈ ਉਹ ਸ਼ਾਪਿੰਗ ਕੀਤੀ ਗਈ ਹੈ, ਉਹ ਵੀ ਪ੍ਰੀਤਪਾਲ ਨੇ ਕੀਤੀ ਹੈ, ਮੋਹਿਤ ਭਾਰਦਵਾਜ ਨੇ ਕਰਾਈ ਹੈ। ਕਿਸੇ ਵੀ ਤਰ੍ਹਾਂ ਦਾ ਪ੍ਰੀਤਪਾਲ ਨੇ ਕੋਈ ਪੈਸਾ ਨਹੀਂ ਦਿੱਤਾ। 1.5 ਲੱਖ ਦੀ ਕਰੀਬ 1.5 ਲੱਖ ਦੀ ਸ਼ਾਪਿੰਗ ਹੋਈ ਹੈ। ਉਸ ਤੋਂ ਇਲਾਵਾ ਡਿਸਕੋ ਜਿਹੜੇ ਗਏ ਨੇ ਉੱਥੇ ਵੀ ਪੂਰਾ ਇੰਜੋਏ ਕੀਤਾ ਗਿਆ ਹੈ। ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰੀਤਪਾਲ ਵੱਲੋਂ ਪੈਸਾ ਨਹੀਂ ਖਰਚਿਆ ਗਿਆ, ਇਹ ਵੀ ਪੁਲਿਸ ਸੋਰਸਿਸ ਦੱਸ ਰਹੇ ਨੇ। ਉਸ ਤੋਂ ਇਲਾਵਾ ਇੱਕ ਵੱਡਾ ਹੋਟਲ, ਬਹੁਤ ਵੱਡੇ ਹੋਟਲ 'ਚ ਇਹਨੂੰ ਠਹਿਰਾਇਆ ਗਿਆ, ਉੱਥੇ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰੀਤਪਾਲ ਨੇ ਬਿੱਲ ਪੇ ਨਹੀਂ ਕੀਤਾ। ਯਾਨੀ ਕਿ ਪੂਰਾ ਖਰਚਾ, ਯਾਨੀ ਪੂਰੀ ਜਿਹੜੀ ਐਸ਼ ਹੈ, ਇੰਜੋਏ ਹੈ, ਉਹ ਮੋਹਿਤ ਭਾਰਦਵਾਜ ਯਾਨੀ ਕਿ ਦੀਪਕ ਟਿਨੂ ਦੇ ਕਹਿਣ ਤੇ ਇਹ ਜਿਹੜਾ ਫੜਿਆ ਗਿਆ ਹੈ ਮੋਹਿਤ ਇਹਨੇ ਕਰਾਈ ਸੀ ਪੂਰੀ ਐਸ਼। ਯਾਨੀ ਕਿ ਮਨੋਜ ਕਿ ਸਾਰਾ ਤਾਣਾ ਬਾਣਾ ਪੈਸੇ ਦਾ ਹੈ, ਪੈਸੇ ਦਾ ਬੁਣਿਆ ਹੋਇਆ ਹੈ। ਸਿਰਫ ਪੈਸਿਆਂ ਦੇ ਲਾਲਚ ਦੇ ਕਰਕੇ ਪ੍ਰਿਤਪਾਲ ਦੇ ਵੱਲੋਂ ਇਹ ਸਭ ਮਦਦ ਕੀਤੀ ਗਈ ਦੀਪਕ ਟਿਨੂ ਦੀ। ਔਰ ਸਭ ਜਾਣਦੇ ਹੋਏ ਵੀ ਕਿ ਇੰਨਾ ਵੱਡਾ ਗੈਂਗਸਟਰ ਹੈ, ਇਹ ਕੈਟਾਗਰੀ ਦਾ ਗੈਂਗਸਟਰ ਹੈ, ਤਾਂ ਉਸਦੇ ਬਾਵਜੂਦ ਸਿਰਫ ਪੈਸੇ ਦੀ ਖਾਤਰ ਇਹ ਸਭ ਕੁਝ ਕੀਤਾ ਗਿਆ। ਦੇਖੋ ਬਹੁਤ ਚੀਜ਼ਾਂ ਕਲੀਅਰ ਹੋ ਰਹੀ ਹੈ ਇਹਦੇ 'ਚ। ਇੱਕ ਪੁਲਿਸ ਆਫੀਸਰ ਇਸ ਤਰ੍ਹਾਂ ਦੇ ਜਿਹੜੇ ਗੈਂਗਸਟਰ ਨੇ, ਇਸ ਤਰ੍ਹਾਂ ਦੇ ਜਿਹੜੇ ਬੈਡ ਸੰਸਾਰਤੀ ਅਨਸਰ ਨੇ, ਉਹਨਾਂ ਦੇ ਨਾਲ ਘੁੰਮ ਰਿਹਾ, ਉਹਨਾਂ ਦੀ ਸਾਰੀ ਸੇਵਾ ਉਹ ਦੇ ਰਿਹਾ, ਤਾਂ ਕਿਤੇ ਨਾ ਕਿਤੇ ਸ਼ੱਕ ਦੀ ਜਿਹੜੀ ਸੂਈ ਹੈ ਉਹ ਜ਼ਰੂਰ ਘੁੰਮਦੀ ਹੈ ਕਿ ਆਖਿਰ ਇੰਨੀ ਸੇਵਾ ਕਿਉਂ ਕੀਤੀ ਜਾ ਰਹੀ ਹੈ। ਦੀਪਕ ਟਿਨੂ ਦਾ ਇੰਨਾ ਖਾਸ ਹੈਗਾ ਪ੍ਰੀਤਪਾਲ ਕਿ ਉਹ ਫੋਨ ਕਰਦਾ ਹੈ, ਇੱਥੇ ਜਦ ਪ੍ਰੀਤਪਾਲ ਪਹੁੰਚਦਾ ਚੰਡੀਗੜ੍ਹ, ਇਲੈਂਟੇ ਦੇ ਨਾਲ ਵੱਡੇ ਹੋਟਲ, ਵੱਡੇ ਡਿਸਕੋਟੇਕ, ਉੱਥੇ ਉਹਨੂੰ ਪੂਰੀ ਐਸ਼ ਕਰਾਈ ਜਾਂਦੀ ਹੈ, ਪੂਰੀ ਸ਼ਾਪਿੰਗ ਕਰਾਈ ਜਾਂਦੀ ਹੈ। ਤਾਂ ਕਿਤੇ ਨਾ ਕਿਤੇ ਕਈ ਚੀਜ਼ਾਂ ਜਿਹੜੀ ਆ ਉਹ ਨਿਕਲ ਕਰ ਸਾਹਮਣੇ ਆ ਰਹੀ ਹੈ, ਕਈ ਖੁਲਾਸੇ ਜਿਹੜੇ ਉਹ ਲਗਾਤਾਰ ਕਰਦਾ ਨਜ਼ਰ ਆ ਰਿਹਾ ਹੈ ਕਿ ਕਿਸ ਤਰ੍ਹਾਂ ਦੀਪਕ ਟਿਨੂ ਦੇ ਕਹਿਣ ਤੇ ਪ੍ਰੀਤਪਾਲ ਨੂੰ ਕਈ ਚੀਜ਼ਾਂ ਮੁਹੱਈਆ ਕਰਾਈ। ਹੁਣ ਬਹੁਤ ਚੀਜ਼ਾਂ ਕਲੀਅਰ ਹੋ ਰਹੀਆਂ ਗੁਰਜੋਤ ਜੀ, ਆਪਾਂ ਸਮਝੀਏ ਬਹੁਤ ਚੀਜ਼ਾਂ ਹੁਣ ਕਲੀਅਰ ਹੁੰਦੀ ਨਜ਼ਰ ਆ ਰਹੀ ਹੈ ਕਿ ਪ੍ਰੀਤਪਾਲ ਆਖਿਰ ਕਿਉਂ ਦੀਪਕ ਟਿਨੂ ਦਾ ਖਾਸ ਸੀਗਾ, ਪ੍ਰੀਤਪਾਲ ਆਖਿਰ ਕਿਉਂ VIP ਟ੍ਰੀਟਮੈਂਟ ਦੇ ਰਿਹਾ ਸੀਗਾ, ਪ੍ਰੀਤਪਾਲ ਆਖਿਰ ਕਿਉਂ ਸਰਕਾਰੀ ਕੋਠੀ 'ਚ ਲੈ ਕੇ ਗਿਆ, ਪ੍ਰੀਤਪਾਲ ਆਖਿਰ ਕਿਉਂ ਬਿਨਾਂ ਸਿਕਿਉਰਿਟੀ ਤੋਂ ਉਹਨੂੰ ਲੈ ਕੇ ਗਿਆ, ਪ੍ਰੀਤਪਾਲ ਆਖਿਰ ਕਿਉਂ ਉਹਨੂੰ ਬਿਨਾਂ ਹੱਥਕੜੀ ਤੋਂ ਲੈ ਕੇ ਗਿਆ, ਪ੍ਰੀਤਪਾਲ ਨੇ ਕਿਉਂ ਫੋਨ ਦਿੱਤਾ ਹੋਇਆ ਸੀਗਾ। ਬਹੁਤ ਸਾਰੀ ਚੀਜ਼ਾਂ ਹੁਣ ਕਲੀਅਰ ਹੋ ਰਹੀ ਹੈ। ਹਾਲਾਂਕਿ ਦੀਪਕ ਟਿਨੂ ਫੜਿਆ ਗਿਆ, ਦਿੱਲੀ ਦੀ ਸਪੈਸ਼ਲ ਸੈੱਲ ਨੇ ਉਹਨੂੰ ਫੜਿਆ, ਹੁਣ ਜਲਦੀ ਉਹਨੂੰ ਲੈ ਕੇ ਆਏਗੀ ਪੁਲਿਸ, 1-2 ਦਿਨ 'ਚ ਉਹਨੂੰ ਲੈ ਕੇ ਆਏਗੀ ਪੰਜਾਬ। ਲੇਕਿਨ ਸਵਾਲ ਬਹੁਤ ਨੇ ਕਿ ਪੁਲਿਸ
ਤੇ ਇਸ ਤਰ੍ਹਾਂ ਦੇ ਅਫਸਰ ਅਗਰ ਜੇਕਰ ਇਸ ਤਰ੍ਹਾਂ ਦੀ ਹਰਕਤ ਕਰੇ ਤਾਂ ਸਵਾਲ ਲਾਜ਼ਮੀ ਹੈ। ਬਿਲਕੁਲ, ਔਰ ਉਹ ਵੀ ਮਨੋਜ CIA ਇੰਚਾਰਜ ਹੋਵੇ, ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਔਰ ਖਾਸ ਤੌਰ ਤੇ ਪੁਲਿਸ ਦੀ ਕਸਟਡੀ ਦੇ ਵਿੱਚੋਂ ਭੱਜਣਾ ਤਾਂ ਫਿਰ ਵੀ ਸੋਚਿਆ ਜਾ ਸਕਦਾ ਹੈ ਕਿ ਕੋਈ ਫਰਾਰ ਹੋ ਰਿਹਾ ਹੈ, ਕਿਤੇ ਨਾ ਕਿਤੇ ਕੋਈ ਕੁਤਾਹੀ ਰਹਿ ਗਈ ਹੋਏਗੀ, ਪਰ CIA ਇੰਚਾਰਜ ਤੋਂ ਖੁਦ ਮੌਜੂਦ ਹੈ, ਉੱਥੋਂ ਫਰਾਰ ਹੋਣਾ ਤਾਂ ਸੁਭਾਵਿਕ ਤੌਰ ਤੇ ਸਵਾਲ ਤਾਂ ਉੱਠਦੇ ਨੇ। ਤਾਂ ਹੁਣ ਇਹ ਸਾਰੀ ਮਿਲੀ ਭੁਗਤ ਕਿਸ ਤਰੀਕੇ ਦੀ ਸੀ ਉਹ ਸਾਹਮਣੇ ਆ ਚੁੱਕੀ ਹੈ। ਤਸਵੀਰਾਂ ਅਸੀਂ ਐਕਸਕਲੂਸਿਵ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਪ੍ਰਿਤਪਾਲ ਦੇ ਨਾਲ ਮੋਹਿਤ ਦੀਆਂ ਇਹ ਤਸਵੀਰਾਂ ਨੇ, ਕਿਉਂਕਿ ਜਦੋਂ ਚੰਡੀਗੜ੍ਹ ਆਏ 1.5 ਲੱਖ ਦੀ ਸ਼ਾਪਿੰਗ ਕਰਾਈ ਗਈ। ਇਸ ਤੋਂ ਇਲਾਵਾ ਹੋਟਲ ਦੇ ਵਿੱਚ ਰਖਵਾਇਆ ਗਿਆ, ਉੱਥੇ ਦਾ ਸਾਰਾ ਪੈਸਾ ਮੋਹਿਤ ਨੇ ਦਿੱਤਾ, ਯਾਨੀ ਕਿ ਦੀਪਕ ਟਿੰਨੂ ਨੇ, ਅਸੀਂ ਇੰਡਾਇਰੈਕਟਲੀ ਕਹਿ ਸਕਦੇ ਹਾਂ ਕਿਉਂਕਿ ਉਸਦੇ ਕਹਿਣ ਤੇ ਹੀ ਸਾਰਾ ਕੁਝ ਹੋਇਆ ਸੀ। ਇਸ ਤੋਂ ਇਲਾਵਾ ਪਾਰਟੀ ਦੇ ਨਾਲ ਨਾਲ ਸ਼ਾਪਿੰਗ ਹੋਈ, ਤਾਂ ਸਾਰਾ ਕੁਝ ਐਸ਼ ਪ੍ਰਸਤੀ ਦੇ ਲਈ ਕੀਤਾ ਗਿਆ। ਤਸਵੀਰਾਂ ਸਾਫ਼ ਤੌਰ ਤੇ ਜ਼ਾਹਿਰ ਨੇ। ਲਗਾਤਾਰ ਜਾਣਕਾਰੀ ਦੇ ਰਹੇ ਮਨੋਜ, ਫਿਲਹਾਲ ਸ਼ੁਕਰੀਆ तमाम जानकारी ਲਈ ਧੰਨਵਾਦ ਹੈ। ਤਾਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ, ਐਕਸਕਲੂਸਿਵ ਤਸਵੀਰਾਂ ਨੇ, ਨਿਊਜ਼ 18 ਪੰਜਾਬ ਦਰਸ਼ਕਾਂ ਤੱਕ ਪਹੁੰਚਾ ਰਿਹਾ ਹੈ। ਸਭ ਤੋਂ ਪਹਿਲਾਂ ਇਹ ਤਸਵੀਰਾਂ ਜੋ ਸਾਹਮਣੇ ਆਈਆਂ, ਕਿਉਂਕਿ ਇਹ ਮੋਹਿਤ ਦੇ ਫੋਨ ਚੋਂ ਮਿਲੀਆਂ ਨੇ। ਮੋਹਿਤ ਕੌਣ ਹੈ? ਮੋਹਿਤ ਹੈ ਦੀਪਕ ਟਿੰਨੂ ਦਾ ਖਾਸ ਜਿਸ ਦੇ ਵੱਲੋਂ ਪ੍ਰਿਤਪਾਲ ਜੋ ਸਾਬਕਾ CIA ਇੰਚਾਰਜ ਅਸੀਂ ਕਹਿ ਸਕਦੇ ਹਾਂ ਕਿਉਂਕਿ ਬਰਖਾਸਤ ਹੈ ਇਸ ਵੇਲੇ, ਤਾਂ ਉਸ ਨੂੰ ਸ਼ਾਪਿੰਗ ਕਰਾਈ ਗਈ 1.5 ਲੱਖ ਦੀ ਐਲਾਂਟੇ ਦੇ ਵਿੱਚੋਂ। ਇਸ ਤੋਂ ਇਲਾਵਾ ਪਾਰਟੀ ਕੀਤੀ ਗਈ, ਹੋਟਲ ਦੇ ਵਿੱਚ ਰੁਕੇ, ਉੱਥੋਂ ਦਾ ਸਾਰਾ ਪੈਸਾ ਮੋਹਿਤ ਨੇ ਦਿੱਤਾ, ਜੋ ਲਾਰੈਂਸ ਦਾ ਵੀ ਖਾਸ ਹੈ ਔਰ ਦੀਪਕ ਟਿੰਨੂ ਦਾ ਵੀ ਖਾਸ ਹੈ। ਤਾਂ ਹੁਣ ਮੋਹਿਤ ਜਿਸ ਦੇ ਵੱਲੋਂ ਸਾਰਾ ਕੁਝ ਕੀਤਾ ਗਿਆ, ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ, ਚੰਡੀਗੜ੍ਹ ਦੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ। ਅੱਗੇ ਵਧਾਂਗੇ ਤਾਂ ਕਾਂਗਰਸ ਦੇ ਸਾਬਕਾ MLA ਜੋਗਿੰਦਰਪਾਲ ਭੋਆ ਦੇ ਘਰ IT ਦੀ ਰੇਡ ਖਤਮ ਹੋ ਗਈ ਹੈ। 48 ਘੰਟੇ ਤੱਕ ਇਹ ਰੇਡ ਚੱਲੀ ਹੈ। 48 ਘੰਟੇ ਕੁੱਲ ਰੇਡ ਕੀਤੀ ਗਈ ਹੈ ਪਠਾਨਕੋਟ ਦੇ ਵਿੱਚ। ਕਰੀਬ ਇਹ 48 ਘੰਟੇ ਤੱਕ ਰੇਡ ਚੱਲੀ ਹੈ। ਮੈਰਾਥਨ ਰੇਡ ਤੋਂ IT ਦੀ ਕਾਰਵਾਈ ਦੀ ਗੱਲ ਕਰ ਸਕਦੇ ਹਾਂ ਅਸੀਂ, ਕਿਉਂਕਿ ਸਿੱਧੇ ਤੌਰ ਤੇ ਮਿਲਿਆ ਕੀ ਹੈ, ਇਹ ਬਹੁਤ ਵੱਡੇ ਸਵਾਲ ਨੇ। ਹਾਲਾਂਕਿ ਕੁਝ ਦਸਤਾਵੇਜ਼ ਨੇ ਜੋ ਜ਼ਬਤ ਕਰ ਲਏ ਗਏ ਨੇ। ਦੱਸ ਦਈਏ ਕਿ ਇਹ ਵੱਡਾ ਮਸਲਾ ਹੈ। ਇੱਥੇ ਜੋ 48 ਘੰਟੇ ਤੱਕ ਰੇਡ ਕੀਤੀ ਗਈ ਹੈ, ਸੁਭਾਵਿਕ ਤੌਰ ਤੇ ਕੁਝ ਕਲੂਜ਼ ਹੋਣਗੇ ਜਿਸ ਤੋਂ ਬਾਅਦ ਇਹ ਰੇਡ ਹੋਈ ਹੈ। ਹਾਲਾਂਕਿ ਅਜੇ ਇਸ ਨੂੰ ਪੁਖਤਾ ਨਹੀਂ ਕਿਹਾ ਜਾ ਸਕਦਾ, ਕਿਸੇ ਕਿਸਮ ਦੀ ਕੋਈ ਪੁਸ਼ਟੀ ਨਹੀਂ ਕੀਤੀ ਜਾ ਸਕਦੀ, ਪਰ ਇਨਕਮ ਟੈਕਸ ਨੇ ਦੱਸਦੀ ਕਿ ਕਈ ਦਸਤਾਵੇਜ਼ ਜ਼ਬਤ ਕੀਤੇ ਨੇ। ਜੋ ਜਾਣਕਾਰੀ ਹੈ ਤਕਰੀਬੀਆਂ ਦੇ ਘਰਾਂ ਨੂੰ ਵੀ ਖੰਗਾਲਿਆ ਗਿਆ। ਸੁਖਜਿੰਦਰ ਕੁਮਾਰ ਨੇ ਫੋਨ ਲਾਈਨ ਤੇ। ਸੁਖਜਿੰਦਰ, ਕੀ ਕੁਝ ਹੈ ਹੁਣ ਤੱਕ ਦੀ ਪੂਰੀ ਜਾਣਕਾਰੀ? ਜੀ ਬਿਲਕੁਲ, ਮੈਂ ਦੱਸਣਾ ਚਾਹਾਂਗਾ ਕਿ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਜਿਹੜਾ ਆ ਕਾਫੀ ਚਰਚਾਵਾਂ ਦਾ ਜ਼ੋਰ ਰਿਹਾ ਸੀਗਾ ਕਿ ਜੋਗਿੰਦਰਪਾਲ ਵੱਲੋਂ ਇਲੈਕਸ਼ਨ ਤੇ ਬਹੁਤ ਸਾਰੇ ਪੈਸੇ ਖਰਚ ਕੀਤੇ ਗਏ ਨੇ। ਸੋ ਜਿਹਦੇ ਵਿੱਚ ਇਨਕਮ ਟੈਕਸ ਵਿਭਾਗ ਵੀ ਹਰਕਤ ਦੇ ਵਿੱਚ ਆਇਆ ਤੇ ਉਸ ਦੇ ਬਾਅਦ ਜਿਹੜਾ ਇੱਕ ਰੇਡ ਹੋਈ ਸੀਗੀ ਇਹਨਾਂ ਦੇ ਕ੍ਰੈਸ਼ਰ ਦੇ ਉੱਤੇ, ਜੋ ਕਿ ਮਾਈਨਿੰਗ ਵਿਭਾਗ ਨੇ ਕੀਤੀ ਸੀਗੀ। ਉਹਦੇ ਚਲਦੇ ਮਾਮਲਾ ਵੀ ਦਰਜ ਕੀਤਾ ਗਿਆ ਸੀਗਾ। ਤੇ ਹੁਣ ਜਿਹੜਾ ਆ ਇਨਕਮ ਟੈਕਸ ਵਿਭਾਗ ਵੱਲੋਂ ਜੋਗਿੰਦਰਪਾਲ ਦੇ ਸਣੇ ਉਹਨਾਂ ਦੇ ਕਰੀਬੀਆਂ ਦੇ ਘਰ ਦੇ ਉੱਤੇ ਜਿਹੜੀ ਉਹ ਰੇਡ ਕੀਤੀ ਆ ਔਰ ਦਸਤਾਵੇਜ਼ ਖੰਗਾਲੇ ਗਏ ਨੇ ਕਿ ਆਖਰ ਜੋ ਚਰਚਾਵਾਂ ਚੱਲ ਰਹੀਆਂ ਸੀਗੀਆਂ ਇਲੈਕਸ਼ਨ ਦੇ ਟਾਈਮ ਤੇ ਜਾਂ ਉਸ ਦੇ ਬਾਅਦ ਜੋ ਚਰਚਾਵਾਂ ਰਹੀਆਂ ਨੇ, ਕਿਆ ਉਹ ਸਹੀ ਨੇ ਜਾਂ ਗਲਤ ਨੇ। ਤਾਂ ਦੱਸ ਦਈਏ ਕਿ ਆਪਣੇ ਕਰੀਬੀਆਂ ਦੇ ਸਣੇ ਜਿਹੜਾ ਆ ਕਰੀਬ 6 ਲੋਕਾਂ ਦੇ ਘਰ ਆ ਰੇਡ ਹੋਈ ਸੀਗੀ ਔਰ ਪੁਲਿਸ ਨੇ ਜਿਹੜੇ ਕਾਫੀ ਦਸਤਾਵੇਜ਼ ਨੇ ਜਿਹੜੇ ਇਨਕਮ ਟੈਕਸ ਨੇ ਆਪਣੇ ਕਬਜ਼ੇ ਦੇ ਵਿੱਚ ਲਏ ਨੇ। ਉਹ ਫਿਲਹਾਲ ਜਿਹੜੀ ਆ ਰੇਡ ਖਤਮ ਹੋ ਚੁੱਕੀ ਹੈ ਔਰ ਕਰੀਬ 48 ਘੰਟੇ ਜਿਹੜੀ ਰੇਡ ਚਲੀ ਹੈ। ਜੀ ਗੁਰਜੋਤ ਜੀ। ठीक है सुखजिंदर, तमाम जानकारी ਲਈ ਧੰਨਵਾਦ ਹੈ। ਤਾਂ ਰੇਡ ਕੀਤੀ ਗਈ 48 ਘੰਟੇ ਤੱਕ ਰੇਡ ਚੱਲੀ ਹੈ ਔਰ ਇਸ ਤੋਂ ਇਲਾਵਾ ਕੁਝ ਦਸਤਾਵੇਜ਼ ਨੇ ਜੋ ਜ਼ਬਤ ਕੀਤੇ ਗਏ ਨੇ। ਤਾਂ ਇਹ ਵੱਡੀ ਅਸੀਂ ਕਹਿ ਸਕਦੇ ਹਾਂ ਕਾਰਵਾਈ ਇੱਥੇ IT ਦੀ ਸਾਹਮਣੇ ਆਈ ਹੈ। उधर विजिलेंस की रडार से एक होर साबका मंत्री इस वेले दी बड़ी खबर का जिक्र कर रहे हैं। विजेंद्र सिंगला के खिलाफ विजिलेंस की जांच शुरू हो चुकी है। सूत्रों के मुताबिक जानकारी आमदन तो बाद जायदाद बनाने के मामले दे विच जांच शुरू हुई है। इस वेले दी बड़ी खबर विजेंद्र सिंगला नूं लैके भी बड़ी खबर है। 5वें इस साबका मंत्री ने कांग्रेस के जिन्हां नूं लैके कार्रवाई शुरू हुई है। सिंगला की जायदाद का सारा रिकॉर्ड ਮੰਗਿਆ ਗਿਆ। ਸੂਤਰਾਂ ਦੇ ਮੁਤਾਬਿਕ ਜਾਣਕਾਰੀ ਵਿਜੇਂਦਰ ਸਿੰਗਲਾ ਦੇ ਖਿਲਾਫ ਵਿਜੀਲੈਂਸ ਦੀ ਜਾਂਚ ਸ਼ੁਰੂ ਹੋਈ ਹੈ। ਸੂਤਰਾਂ ਦੇ ਮੁਤਾਬਿਕ ਇਹ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ। ਦੱਸ ਦਈਏ ਕਿ ਵਿਜੇਂਦਰ ਸਿੰਗਲਾ ਜਿਨ੍ਹਾਂ ਦੇ ਕੋਲ ਕਿਸੇ ਵੇਲੇ ਸਿੱਖਿਆ ਵਿਭਾਗ ਸੀ, ਉਸ ਤੋਂ ਬਾਅਦ ਲੋਕ ਨਿਰਮਾਣ ਮੰਤਰੀ ਰਹੇ ਨੇ, ਚੰਨੀ ਸਰਕਾਰ ਦੇ ਵਿੱਚ ਮੰਤਰੀ ਰਹੇ ਨੇ, ਕੈਪਟਨ ਸਰਕਾਰ ਦੇ ਵਿੱਚ ਮੰਤਰੀ ਰਹੇ ਨੇ। ਤਾਂ ਇਹ ਵੱਡੀ ਅਸੀਂ ਕਾਰਵਾਈ ਕਹਿ ਸਕਦੇ ਹਾਂ। ਮਨੋਜ ਰਾਠੀ ਦੀ ਫੋਨ ਲਾਈਨ ਤੇ। ਮਨੋਜ, ਕੀ ਕੁਝ ਹੈ ਤੁਹਾਡੇ ਕੋਲ ਜਾਣਕਾਰੀ? देखो गुरजोत, जे आप गल करिए विजिलेंस की 5वें साबका मंत्री ने विजेंद्र सिंगला
ਜਿਨ੍ਹਾਂ ਦੀ ਆਮਦਨ ਤੋਂ ਵੱਧ ਸੰਪत्ति ਨੂੰ ਲੈ ਕੇ ਜਿਹੜਾ ਹੈਗਾ ਬਿਊਰੋ ਮੰਗਾ ਗਿਆ ਹੈ। ਜਿਹੜੇ ਪੁਲਿਸ ਸੋਰਸਿਸ ਦੀ ਜਾਣਕਾਰੀ ਦੇ ਰਹੇ ਹੈ ਕਿ ਇਹ ਸਾਰਾ ਜਿਹੜਾ ਰਿਕਾਰਡ ਹੈ ਉਹ ਮੰਗਿਆ ਗਿਆ ਉਹਨਾਂ ਦੀ ਪ੍ਰਾਪਰਟੀ ਨੂੰ ਲੈ ਕੇ, ਉਹਨਾਂ ਦੀ ਜਿੰਨੀ ਵੀ ਜਿਹੜੀ ਵੀ ਉੱਥੇ ਉਹਨਾਂ ਦੀ ਕੋਠੀ ਹੈਗੀ ਹੈ, ਉਹਨਾਂ ਦਾ ਕੋਈ ਫਾਰਮ ਹਾਊਸ ਹੈਗਾ ਜਾਂ ਉਹਨਾਂ ਦਾ ਕੋਈ ਬਿਜ਼ਨਸ ਹੈਗਾ, ਉਹ ਸਾਰਿਆਂ ਦਾ ਜਿਹੜਾ ਹੈਗਾ ਬਿਊਰਾ ਇਹ ਜਿਹੜਾ ਹੈਗਾ ਮੰਗਵਾਇਆ ਗਿਆ ਹੈ। ਯਾਨੀ ਕਿ ਪੂਰੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ। ਹਾਲਾਂਕਿ ਜਿਹੜੇ ਸੋਰਸਿਸ ਦੱਸ ਰਹੇ ਨੇ ਕਿ ਹੁਣ ਪੂਰੀ ਜਿਹੜੀ ਹੈ ਇਨਵੈਸਟੀਗੇਸ਼ਨ ਕੀਤੀ ਜਾਏਗੀ, ਕਿਉਂਕਿ ਉਹ ਲੋਕ ਨਿਰਮਾਣ ਮੰਤਰੀ ਵੀ ਰਹੇ ਨੇ ਚੰਨੀ ਸਰਕਾਰ ਦੇ ਸਮੇਂ ਦੀ ਅਸੀਂ ਗੱਲ ਕਰ ਲਈਏ ਜਾਂ ਫਿਰ ਕੈਪਟਨ ਸਰਕਾਰ ਦੀ, ਉਹਨਾਂ ਨੂੰ ਕਾਫੀ ਅਹਿਮ ਜ਼ਿੰਮੇਵਾਰੀਆਂ ਉਸ ਵੇਲੇ ਸੀਗੀ। ਤਾਂ ਇਸ ਕਰਕੇ ਹੁਣ ਵਿਜੀਲੈਂਸ ਵੱਲੋਂ ਇੱਕ ਪੂਰੀ ਜਿਹੜੀ ਹੈ ਉਹ ਰਿਕਾਰਡ ਜਿਹੜਾ ਹੈ ਉਹ ਬਣਾਇਆ ਜਾ ਰਿਹਾ ਹੈ। ਇੱਕ ਪੂਰੀ ਲਿਸਟ ਤਿਆਰ ਕੀਤੀ ਜਾ ਰਹੀ ਹੈ, ਪੂਰਾ ਰਿਕਾਰਡ ਉਹਨਾਂ ਤੋਂ ਮੰਗਿਆ ਗਿਆ ਹੈ ਜਿਹੜੇ ਸੋਰਸਿਸ ਦੱਸ ਰਹੇ ਨੇ। ਹਾਲਾਂਕਿ ਹਜੇ ਤੱਕ ਉਹ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਕਰਦੇ ਨਜ਼ਰ ਆ ਰਹੇ, ਕੋਸ਼ਿਸ਼ ਕੀਤੀ ਸੀ, ਲੇਕਿਨ ਇਹ ਸਾਰਾ ਜਿਹੜਾ ਆਮਦਨ ਤੋਂ ਵੀ ਵੱਧ ਜਿਹੜੇ ਵੀ ਉਹਨਾਂ ਦੇ ਘਰ ਤੇ, ਉਹਨਾਂ ਦੇ ਬਿਜ਼ਨਸ ਤੇ, ਉਹਨਾਂ ਦੀ ਹੋਰ ਵੀ ਚੀਜ਼ਾਂ ਨੂੰ ਲੈ ਕੇ ਸਾਰਾ ਜਿਹੜੀ ਇੱਕ ਲਿਸਟ ਤਿਆਰ ਕੀਤੀ ਗਈ ਹੈ। ਪੂਰਾ ਜਿਹੜਾ ਹੈਗਾ ਰਿਕਾਰਡ ਉਹਨਾਂ ਤੋਂ ਮੰਗਿਆ ਗਿਆ ਹੈ ਤੇ ਆਉਣ ਵਾਲੇ ਸਮੇਂ 'ਚ ਕਿਸ ਤਰ੍ਹਾਂ ਦੀ ਕਾਰਵਾਈ ਹੁੰਦੀ ਹੈ ਜਾਂ ਨਹੀਂ ਹੁੰਦੀ ਹੈ ਇਹ ਹੁਣ ਦੱਸਿਆ ਜਾਏਗਾ, ਲੇਕਿਨ ਪੂਰਾ ਜਿਹੜਾ ਹੈਗਾ ਉਹ ਚੈੱਕ ਕੀਤਾ ਜਾ ਰਿਹਾ ਜੀ। ਠੀਕ ਹੈ, ਧੰਨਵਾਦ ਹੈ ਮਨੋਜ तमाम ਜਾਣਕਾਰੀ ਲਈ। ਤਾਂ ਸੁਭਾਵਿਕ ਤੌਰ ਤੇ ਕਾਰਵਾਈ ਸ਼ੁਰੂ ਹੋਈ ਹੈ, ਅਜੇ ਸਾਰੇ ਰਿਕਾਰਡ ਖੰਗਾਲੇ ਜਾਣਗੇ, ਉਸ ਤੋਂ ਬਾਅਦ ਹੀ ਕੁਝ ਕਿਹਾ ਜਾ ਸਕੇਗਾ। ਪਰ ਇੰਤਜ਼ਾਰ ਹੈ ਕਿਉਂਕਿ 5ਵੇਂ ਮੰਤਰੀ ਨੇ, ਕਾਂਗਰਸ ਦੇ ਸਾਬਕਾ ਮੰਤਰੀ ਨੇ, ਜਿਨ੍ਹਾਂ ਦੇ ਖਿਲਾਫ ਕਾਰਵਾਈ ਸ਼ੁਰੂ ਹੋਈ ਹੈ।